साध संगत अस्थान जगमग नूर है। सतनाम श्री वाहिगुरु साहिब जी। ज्ञान अंजन गुर दिया, अज्ञान अंधेर विनाश। हर कृपा ते संत भेटिया, नानक मन प्रगास। हर कृपा ते संत भेटिया, नानक मन प्रगास। वाहिगुरु जी का खालसा, वाहिगुरु जी की फतेह। परम सन्मानयोग सतगुरु सच्चे पातशाह जी की साजी ਅਤੇ ਨਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਓ ਬੜੇ ਪ੍ਰੇਮ ਅਤੇ ਇਕਾਗਰਤਾ ਦੇ ਨਾਲ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਮੁੱਚੀ ਪਾਵਨ ਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਾਰਤਾ ਦੇ ਤਹਿਤ ਅੱਜ ਆਪਾਂ ਸਤਿਗੁਰ ਜੀ ਦੇ ਪਾਵਨ ਪੰਜਵੇਂ ਅੰਗ ਦੇ ਉੱਪਰ ਜੋ ਬਾਣੀ ਸੁਭਾਇਮਾਨ ਹੈ, ਉਸ ਪਾਵਨ ਬਾਣੀ ਦੇ ਦਰਸ਼ਨ ਕਰਨੇ ਹਨ। ਆਓ ਬੜੇ ਪ੍ਰੇਮ ਅਤੇ ਇਕਾਗਰਤਾ ਦੇ ਨਾਲ ਲਾਹਾ ਲੈਣ ਦਾ ਯਤਨ ਕਰੀਏ। ਸਤਿਗੁਰ ਜੀ ਰਹਿਮਤ ਕਰਦੇ ਹਨ, ਨਾਨਕ ਆਖਣ ਸਭ ਕੋ ਆਖੈ। ਇੱਕ ਦੂ ਇੱਕ ਸਿਆਣਾ। ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਹੇ ਨਾਨਕ, ਇੱਥੇ ਹਰੇਕ ਜੀਵ ਆਪਣੇ ਆਪ ਨੂੰ ਇੱਕ ਦੂਜੇ ਨਾਲੋਂ ਸਿਆਣਾ ਅਖਵਾਉਂਦਾ ਹੈ। ਹਰੇਕ ਜੀਵ ਆਪਣੇ ਆਪ ਨੂੰ ਇੱਕ ਦੂਸਰੇ ਤੋਂ ਵੱਧ ਕੇ ਕਿਤੇ ਸੂਝਵਾਨ ਸਿਆਣਾ ਅਖਵਾਉਂਦਾ ਹੈ ਤੇ ਉਸ ਪਰਮ ਪਿਤਾ ਪਰਮਾਤਮਾ ਦੀ ਜਿਹੜੀ ਵਡਿਆਈ ਹੈ ਉਹਨੂੰ ਆਪਣੇ ਤਰੀਕੇ ਦੇ ਨਾਲ ਦੱਸਣ ਦਾ ਯਤਨ ਕਰਦਾ ਹੈ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੇ। ਅਕਾਲ ਪੁਰਖ ਵਾਹਿਗੁਰੂ ਜੀ ਸਭ ਤੋਂ ਵੱਡੇ ਹਨ। ਉਹਨਾਂ ਦੀ ਵਡਿਆਈ ਬਹੁਤ ਜ਼ਿਆਦਾ ਉੱਚੀ ਹੈ, ਵੱਡੀ ਹੈ। ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ। ਸੋ ਇਸ ਕਰਕੇ ਉਹਦੀ ਵਡਿਆਈ ਬਹੁਤ ਵੱਡੀ ਹੈ। ਕਹਿੰਦੇ ਜੋ ਕੁਝ ਵੀ ਜਗਤ ਵਿੱਚ ਹੋ ਰਿਹਾ ਹੈ ਉਹ ਉਸੇ ਦੇ ਹੁਕਮ ਨਾਲ ਹੋ ਰਿਹਾ ਹੈ। ਕੀਤਾ ਜਾ ਕਾ ਹੋਵੇ। ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋ ਹੈ। ਹੇ ਨਾਨਕ, ਜੇ ਕੋਈ ਮਨੁੱਖ ਸਿਰਫ ਆਪਣੀ ਅਕਲ ਦੇ ਸਹਾਰੇ ਪ੍ਰਭੂ ਦੀ ਵਡਿਆਈ ਦਾ ਅੰਤ ਪਾਉਣ ਦਾ ਯਤਨ ਕਰੇ
ਕਹਿੰਦੇ ਨਾ ਤਾਂ ਉਹ ਇਸ ਕੰਮ ਵਿੱਚ ਕਦੇ ਕਾਮਯਾਬ ਹੋ ਸਕਦਾ ਹੈ ਤੇ ਨਾ ਹੀ ਪ੍ਰਭੂ ਦੇ ਦਰਬਾਰ ਵਿੱਚ ਉਹਨੂੰ ਆਦਰ ਮਿਲਦਾ ਹੈ, ਕਿਉਂਕਿ ਪਰਮਾਰਥ ਦਾ ਮਾਰਗ ਹੈ ਜਿਹੜਾ, ਇਹਦੀ ਆਰੰਭਤਾ ਹੀ ਗੁਰੂ ਦੀ ਮੱਤ ਤੋਂ ਹੁੰਦੀ ਹੈ। ਗੁਰੂ ਵਾਲੇ ਬਣ ਕੇ ਗੁਰੂ ਦੀ ਮੱਤ ਅਨੁਸਾਰ, ਗੁਰੂ ਦੇ ਦਰਸਾਏ ਰਾਹ ਦੇ ਉੱਤੇ, ਗੁਰੂ ਦੇ ਆਸੇ ਅਨੁਸਾਰ ਚੱਲ ਕੇ ਪਰਮਾਤਮਾ ਨੂੰ ਪਾਇਆ ਜਾਂਦਾ ਹੈ। ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ। ਸਤਿਗੁਰ ਜੀ ਕਹਿੰਦੇ ਇੱਥੇ ਇੱਕ ਪਤਾਲ ਨਹੀਂ, ਪਤਾਲ ਦੇ ਹੇਠਾਂ ਹੋਰ ਵੀ ਲੱਖਾਂ ਪਤਾਲ ਹਨ। ਇਸੇ ਤਰ੍ਹਾਂ ਇੱਥੇ ਇੱਕ ਆਕਾਸ਼, ਇੱਕ ਅਸਮਾਨ ਨਹੀਂ, ਇਸ ਆਕਾਸ਼ ਬ੍ਰਹਿਮੰਡ ਦੇ ਉੱਪਰ ਹੋਰ ਲੱਖਾਂ ਹੀ ਆਕਾਸ਼ ਬ੍ਰਹਿਮੰਡ ਹਨ। ਓੜਕ ਓੜਕ ਭਾਲ ਥੱਕੇ ਵੇਦ ਕਹਿਨ ਇੱਕ ਬਾਤ। ਕਹਿੰਦੇ ਵੇਦ ਗ੍ਰੰਥ ਦੱਸਦੇ ਨੇ ਕਿ ਬੇਅੰਤ ਰਿਸ਼ੀ ਮੁਨੀ ਪਰਮਾਤਮਾ ਦੀ ਜਿਹੜੀ ਸਾਜੀ ਹੋਈ ਕਿਰਤ ਹੈ, ਇਹ ਆਕਾਸ਼ ਖੰਡ ਬ੍ਰਹਿਮੰਡ ਧਰਤੀ, ਕਹਿੰਦੇ ਇਹਨਾਂ ਦਾ ਅੰਤ ਲੱਭਣ ਲਈ ਤੁਰੇ, ਪਰ ਥੱਕ ਕੇ ਆਪਣੀਆਂ ਉਮਰਾਂ ਗੁਜ਼ਾਰ ਕੇ ਇੱਥੋਂ ਚਲੇ ਗਏ, ਪਰ ਅੰਤ ਨਹੀਂ ਪਾ ਸਕੇ। ਸਹਸ 18 ਕਹਿਨ ਕਤੀਬਾ ਅਸਲੂ ਇੱਕ ਧਾਤ। ਕਹਿੰਦੇ ਮੁਸਲਮਾਨ ਅਤੇ ਈਸਾਈ ਲੋਕ ਨੇ ਜਿਹੜੇ, ਇਹਨਾਂ ਦੀਆਂ 4 ਕਿਤਾਬਾਂ ਆਖੀਆਂ ਜਾਂਦੀਆਂ ਨੇ। ਕੁੱਲ 18,000 ਆਲਮ ਹਨ। ਕਹਿੰਦੇ ਜਿਨ੍ਹਾਂ ਦਾ ਮੁੱਢ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਜਿਨ੍ਹਾਂ ਦਾ ਮੂਲ ਇੱਕ ਅਕਾਲ ਪੁਰਖ ਵਾਹਿਗੁਰੂ ਹੈ। ਲੇਖਾ ਹੋਏ ਤੈਂ ਲਿਖੀਐ, ਲੇਖੈ ਹੋਏ ਵਿਨਾਸ਼। ਅਕਾਲ ਪੁਰਖ ਦੀ ਜਿਹੜੀ ਕੁਦਰਤ ਹੈ, ਉਹਦਾ ਲੇਖਾ ਲਿਖਣ ਦੇ ਲਈ ਜਦੋਂ ਕੋਈ ਯਤਨ ਕਰ ਸਕਦਾ ਹੈ, ਯਤਨ ਕਰਨ ਦੀ ਕੋਸ਼ਿਸ਼ ਕਰਦਾ ਹੈ, ਭਾਵ ਕਹਿੰਦੇ ਯਤਨ ਤਾਂ ਕਰੇ ਜੇ ਇਸ ਲੇਖੇ ਦਾ ਉਹ ਅੰਤ ਪਾ ਸਕੇ। ਕਹਿੰਦੇ ਲੇਖਾ ਲਿਖਣ ਬੈਠ ਜਾਵੇ, ਅਖੀਰ ਵਿਨਾਸ਼ ਹੋ ਜਾਂਦਾ ਹੈ, ਬੰਦਾ ਮੁੱਕ ਜਾਂਦਾ ਹੈ, ਪਰ ਉਹਦੇ ਲੇਖੇ ਦਾ ਨਾਸ਼ ਨਹੀਂ ਹੁੰਦਾ, ਕਿਉਂਕਿ ਉਹਦੇ ਲੇਖੇ ਦਾ ਵੀ ਕੋਈ ਅੰਤ ਨਹੀਂ। ਨਾਨਕ ਵੱਡਾ ਆਖੀਐ ਆਪੇ ਜਾਣੈ ਆਪ। ਹੀ ਨਾਨਕ, ਜਿਸ ਅਕਾਲ ਪੁਰਖ ਨੂੰ ਸਾਰੇ ਜਗਤ ਵਿੱਚ ਵੱਡਾ ਆਖਿਆ ਜਾਂਦਾ ਹੈ, ਉਹ ਆਪਣੇ ਆਪ ਨੂੰ ਖੁਦ ਜਾਣਦਾ ਹੈ, ਆਪਣੀ ਵਡਿਆਈ ਨੂੰ ਆਪ ਜਾਣਦਾ ਹੈ। ਹੁਣ ਜਿਹਦੀ ਜਿੰਨੀ ਕੁ ਸੋਝੀ ਹੈ ਓਨਾ ਕੁ ਉਹਨੂੰ ਵੱਡਾ ਆਖ ਦਿੰਦਾ ਹੈ, ਪਰ ਉਹ ਕਿੱਡਾ ਕੁ ਵੱਡਾ ਹੈ ਸਾਨੂੰ ਨਹੀਂ ਪਤਾ। ਸਾਲਾਹੀ ਸਾਲਾਹੇ ਏਤੀ ਸੁਰਤ ਨ ਪਾਈਆ। ਸਾਲਾਹਣ ਜੋਗ ਅਕਾਲ ਪੁਰਖ ਵਾਹਿਗੁਰੂ ਦੀਆਂ ਵਡਿਆਈਆਂ ਆਪਣੀ ਜ਼ੁਬਾਨ ਦੇ ਨਾਲ, ਰਸਨਾ ਦੇ ਨਾਲ ਕਹਿ ਕੇ ਕਿਸੇ ਮਨੁੱਖ ਨੇ ਇਤਨੀ ਸਮਝ ਨਹੀਂ ਪਾਈ ਕਿ ਅਕਾਲ ਪੁਰਖ ਵਾਹਿਗੁਰੂ ਕਿੱਡਾ ਵੱਡਾ ਹੈ। ਬਸ ਉਹਦੀ ਸਿਫਤ ਕਰਦਿਆਂ ਕਰਦਿਆਂ ਇੱਕ ਦਿਨ ਐਸਾ ਆ ਜਾਂਦਾ ਹੈ ਕਿ ਉਹ ਮਨੁੱਖ ਉਹਦੇ ਵਿੱਚ ਲੀਨ ਹੋ ਜਾਂਦਾ ਹੈ, ਪਰ ਇਹ ਨਹੀਂ ਜਾਣ ਸਕਦਾ ਉਹ ਵੀ ਕਿੱਡਾ ਵੱਡਾ ਹੈ। ਨਦੀਆ ਅਤੈ ਬਾਹਾ ਪਵਹਿ ਸਮੁੰਦ ਨ ਜਾਣੀਆਂ ਹੈ। ਨਦੀਆਂ ਅਤੇ ਨਾਲੇ ਨੇ ਜਿਹੜੇ, ਇਹ ਸਮੁੰਦਰ ਵਿੱਚ ਆਣ ਕੇ ਪੈਂਦੇ ਨੇ ਤੇ ਬਗਰੋਂ ਪਛਾਣੇ ਨਹੀਂ ਜਾਂਦੇ, ਸਮੁੰਦਰ ਦੇ ਹੀ ਰੂਪ ਹੋ ਜਾਂਦੇ ਨੇ। ਭਾਵ ਸਮੁੰਦਰ ਦੀ ਗਹਿਰਾਈ ਦਾ, ਸਮੁੰਦਰ ਦਾ ਥਾਹ ਨਹੀਂ ਪਾ ਸਕਦੇ, ਸਮੁੰਦਰ ਵਿੱਚ ਆ ਕੇ ਸਮੁੰਦਰ ਵਰਗੀ ਹੋ ਕੇ ਸਮੁੰਦਰ ਦੇ ਹੀ ਰੂਪ ਹੋ ਜਾਂਦੇ ਨੇ। ਸਮੁੰਦ ਸਾਹਾ ਸੁਲਤਾਨ ਗਿਰਹਾ ਸੇਤੀ ਮਾਲ ਧਾਨ। ਸਤਿਗੁਰੂ ਜੀ ਕਹਿੰਦੇ ਸਮੁੰਦਰਾਂ ਦੇ ਪਾਤਸ਼ਾਹ ਰਾਜੇ ਸੁਲਤਾਨ, ਜਿਨ੍ਹਾਂ ਕੋਲੇ ਪਹਾੜਾਂ ਜਿੱਡੇ ਜਿੱਡੇ ਧਨ ਪਦਾਰਥਾਂ ਦੇ ਖਜ਼ਾਨੇ ਦੇ ਢੇਰ ਲੱਗੇ ਹੋਣ, ਕਹਿੰਦੇ ਉਹ ਸੁਲਤਾਨ ਪਾਤਸ਼ਾਹ ਵੀ ਕੀੜੀ ਤੁਲ ਨੈ ਹੋਵਨੀ ਜੇ ਤਿਸ ਮਨ ਹੋਨੈ ਵਿਸਰੈ। ਜੇ ਇੱਕ ਛੋਟੀ ਜਿਹੀ ਕੀੜੀ ਦੇ ਸੁਰਤ ਵਿੱਚ ਪਰਮਾਤਮਾ ਵਸਿਆ ਤੇ ਉਹਦੀ ਸੁਰਤ ਤੋਂ ਓਹਲੇ ਨਹੀਂ ਹੁੰਦਾ, ਉਹ ਸਾਰੇ ਵੱਡੇ ਵੱਡੇ ਧਨਵਾਨ ਪਾਤਸ਼ਾਹ ਵੀ ਉਸ ਕੀੜੀ ਦਾ ਮੁਕਾਬਲਾ ਨਹੀਂ ਕਰ ਸਕਦੇ, ਉਸ ਕੀੜੀ ਦਾ ਮੁਕਾਬਲਾ ਨਹੀਂ ਕਰ ਸਕਦੇ, ਕਿਉਂਕਿ
ਸਤਿਗੁਰੂ ਜੀ ਕਹਿੰਦੇ ਜਿਹਦੇ ਹਿਰਦੇ ਵਿੱਚ ਪ੍ਰਮਾਤਮਾ ਹੈ ਉਹ ਤੋਂ ਵੱਡਾ ਕੋਈ ਨਹੀਂ, ਜਿਹਦੇ ਹਿਰਦੇ ਵਿੱਚ ਉਹਦਾ ਸਿਮਰਨ ਹੈ। ਅੰਤ ਨੈ ਸਿਫਤੀ ਕਹਿਣ ਨ ਅੰਤ, ਅਕਾਲ ਪੁਰਖ ਦੇ ਗੁਣਾਂ ਦਾ ਕੋਈ ਹੱਦ ਬੰਨਾ ਨਹੀਂ। ਭਾਵ ਅਕਾਲ ਪੁਰਖ ਦੇ ਜਿੰਨੇ ਵੀ ਗੁਣ ਨੇ ਉਹਨਾਂ ਦਾ ਕੋਈ ਅੰਤ ਨਹੀਂ ਪਾ ਸਕਦਾ, ਤੇ ਨਾ ਹੀ ਉਹਦੇ ਗੁਣ ਗਿਣਤੀ ਵਿੱਚ ਆਉਂਦੇ ਨੇ, ਗਿਣੇ ਜਾ ਸਕਦੇ ਨੇ। ਅੰਤ ਨੈ ਕਰਣੈ ਦੇਣ ਨ ਅੰਤ, ਅਕਾਲ ਪੁਰਖ ਦੀ ਰਚਨਾ ਅਤੇ ਦਾਤਾਂ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ। ਜਿਹਵਾ ਏਕ ਕਵਨ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਹੀਐ। ਕੋਟ ਅਪਰਾਧ ਹਮਾਰੇ ਖੰਡ ਹੋ, ਅਨਕ ਵਿਧੀ ਸਮਝਾਵੋ। ਹਮ ਅਗਿਆਨ ਅਲਪ ਮਤ ਥੋਰੀ, ਅਸੀਂ ਅਗਿਆਨੀ ਹਾਂ, ਅਲਪੱਗ ਬੁੱਧੀ ਦੇ ਜੀਵ ਹਾਂ। ਤੁਮ ਆਪਣ ਬਿਰਦ ਰਖਾਵੋ, ਆਪਣਾ ਬਿਰਦ ਜਾਣ ਕੇ ਆਪਣੀ ਸ਼ਰਨ ਵਿੱਚ ਰੱਖੋ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ। ਰਾਖੋ ਰਾਖਣਹਾਰ ਦੇ ਆਲਾ, ਨਾਨਕ ਕਰਕੇ ਕੋਲੇ। ਅੰਤ ਨ ਵੇਖਣ ਸੁਣਨ ਨ ਅੰਤ, ਵੇਖਣ ਤੇ ਸੁਣਨ ਨਾਲ ਵੀ ਉਹਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਅੰਤ ਨਾ ਜਾਪੈ ਕਿਆ ਮਨ ਮੰਤ, ਉਸ ਅਕਾਲ ਪੁਰਖ ਦੇ ਮਨ ਵਿੱਚ ਕਿਹੜੀ ਗੱਲ ਚੱਲ ਰਹੀ ਹੈ, ਉਹ ਕੀ ਕਰਨਾ ਚਾਹੁੰਦਾ ਹੈ, ਇਸ ਗੱਲ ਬਾਰੇ ਵੀ ਬੁੱਝਿਆ ਨਹੀਂ ਜਾ ਸਕਦਾ। ਅੰਤ ਨ ਜਾਪੈ ਕਿਆ ਮਨ ਅੰਤ ਨ ਜਾਪੈ ਕੀਤਾ ਆਕਾਰ, ਕਹਿੰਦੇ ਉਸ ਅਕਾਲ ਪੁਰਖ ਨੇ ਇਸ ਜਗਤ ਦੇ ਵਿੱਚ ਜੋ ਕੁਝ ਵੀ ਦਿਖਾਈ ਦੇ ਰਿਹਾ, ਇਹ ਸਾਰਾ ਕੁਝ ਉਹਨੇ ਆਪ ਸਾਜਿਆ ਹੈ। ਇਹ ਉਸ ਕਰਤੇ ਦੀ ਕਿਰਤ ਹੈ, ਭਾਵ ਉਸ ਕਰਤੇ ਨੇ ਹੀ ਇਹ ਕਿਰਤ ਨੂੰ ਸਾਜਿਆ ਹੈ। ਅੰਤ ਨਾ ਜਾਪੈ ਪਾਰਾਵਾਰ, ਉਸ ਅਕਾਲ ਪੁਰਖ ਦੀਆਂ ਰਹਿਮਤਾਂ ਦਾ ਕੋਈ ਆਰਲਾ ਤੇ ਪਾਰਲਾ ਬੰਨਾ ਜਾਣ ਨਹੀਂ ਸਕਦਾ। ਅੰਤ ਕਾਰਨ ਕੀਤੇ ਬਿਲ ਲਾਹੇ, ਇਤੇ ਕਈ ਪਰਮਾਤਮਾ ਦੀ ਬਖਸ਼ਿਸ਼ ਦਾ, ਰਹਿਮਤ ਦਾ ਅੰਤ ਪਾਉਣ ਲਈ ਬਿਲਕਦੇ, ਜ਼ੋਰ ਲਾਉਂਦੇ, ਤਾਣ ਲਾਉਂਦੇ ਆਏ ਤੇ ਚਲੇ ਗਏ। ਤਾਂ ਕਿ ਅੰਤ ਨ ਪਾਏ ਜਾਹੇ, ਪਰ ਫਿਰ ਵੀ ਉਹਦਾ ਅੰਤ ਨਹੀਂ ਪਾ ਸਕੇ। ਇਹੋ ਅੰਤ ਨ ਜਾਣੈ ਕੋਈ, ਇਹਦਾ ਕੋਈ ਹੱਦ ਬੰਨਾ, ਇਸ ਦਾ ਕੋਈ ਅੰਤ ਨਹੀਂ ਪਾ ਸਕਦਾ। ਬਹੁਤਾ ਕਹੀਐ ਬਹੁਤਾ ਹੋਏ, ਜਿੰਨਾ ਅਸੀਂ ਅਕਾਲ ਪੁਰਖ ਨੂੰ ਵੱਡਾ ਆਖੀਏ ਉਸ ਤੋਂ ਵੀ ਵੱਡਾ ਹੁੰਦਾ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾ, ਉਹ ਅਕਾਲ ਪੁਰਖ ਵਾਹਿਗੁਰੂ ਬਹੁਤ ਵੱਡਾ ਹੈ, ਉਹਦਾ ਥਾਂ ਵੀ ਬਹੁਤ ਉੱਚਾ ਹੈ। ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ, ਸਿਰ ਸ਼ਾਹਾਂ ਪਾਤਸ਼ਾਹੋ, ਨਿਸ਼ਚਲ ਚੌਰ ਛਤ। ਉੱਚੇ ਉੱਪਰ ਉੱਚਾ ਨਾਉ, ਪਰਮਾਤਮਾ ਨੂੰ ਉੱਚਾ ਕਿਹਾ ਜਾਂਦਾ ਹੈ, ਪਰ ਉਹਦਾ ਨਾਂ ਉਹ ਤੋਂ ਵੀ ਉੱਚਾ ਹੈ। ਏਵੜ ਉੱਚਾ ਹੋਵੇ ਕੋਈ, ਜੇ ਕੋਈ ਹੋਰ ਉਹਦੇ ਵਰਗਾ ਵੱਡਾ ਹੋਵੇ ਤਾਂ ਤਿਸ ਉੱਚੇ ਕਉ ਜਾਣੈ ਸੋਏ। ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਨੂੰ ਤੇ ਉਚਾਈ ਨੂੰ ਸਮਝ ਸਕਦਾ, ਪਰ ਉਹਦੇ ਬਰਾਬਰ, ਉਹਦੇ ਤੁਲ ਕੋਈ ਨਹੀਂ। ਜੇਵੜ ਆਪ ਜਾਣੈ, ਆਪ ਅਕਾਲ ਪੁਰਖ ਵਾਹਿਗੁਰੂ ਆਪਣੀਆਂ ਰਹਿਮਤਾਂ ਨੂੰ ਆਪ ਹੀ ਜਾਣਦਾ ਹੈ, ਉਹਨੂੰ ਪਤਾ ਹੈ ਉਹ ਕਿੱਡਾ ਵੱਡਾ ਹੈ। ਨਾਨਕ ਨਦਰੀ ਕਰਮੀ ਦਾਤ, ਸਤਿਗੁਰੂ ਜੀ ਕਹਿੰਦੇ ਹੇ ਨਾਨਕ, ਜਿਹਦੇ ਤੇ ਉਹ ਆਪਣੀ ਮਿਹਰ ਕਰ ਦੇਵੇ, ਬਖਸ਼ਿਸ਼ ਕਰ ਦੇਵੇ, ਉਹਨੂੰ ਸਾਰੀਆਂ ਦਾਤਾਂ ਪ੍ਰਾਪਤ ਹੁੰਦੀਆਂ ਨੇ। ਬਹੁਤਾ ਕਰਮ ਲਿਖਿਆ ਨਾ ਜਾਏ। ਹੁਣ ਅਕਾਲ ਪੁਰਖ ਦੀ ਜਿਹੜੀ ਕਰਮ ਬਖਸ਼ਿਸ਼ ਰਹਿਮਤ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਵੀ ਐਡੀ ਵੱਡੀ ਹੈ, ਉਹ ਵੀ ਲਿਖਣ ਵਿੱਚ ਨਹੀਂ ਆ ਸਕਦੀ। ਲਿਖ ਕੇ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਵੱਡਾ ਦਾਤਾ ਤਿਲ ਨਾ ਤਮਾਏ, ਉਹ ਬਹੁਤ ਵੱਡਾ ਦਾਤਾ ਹੈ, ਹਰੇਕ ਨੂੰ ਮੂੰਹ ਮੰਗੀਆਂ ਦਾਤਾਂ ਦੇਈ ਜਾਂਦਾ ਹੈ, ਪਰ ਉਹਨੂੰ ਆਪ ਕਿਸੇ ਵੀ ਚੀਜ਼ ਦੀ ਤਿਲ ਮਾਤਰ ਵੀ ਤਮਾ ਨਹੀਂ, ਉਹ ਤਮਾ ਤੋਂ ਪਰੇ ਹੈ। ਕੀਤੇ ਮੰਗ ਹੈ ਜੋਧ ਅਪਾਰ, ਬੇਅੰਤ ਯੋਧੇ ਸੂਰਮੇ ਉਹਦੇ ਦਰ ਤੇ ਮੰਗਤੇ ਬਣ ਕੇ ਉਹ ਤੋਂ ਦਾਤਾ ਮੰਗਦੇ ਨੇ। ਕੀਤਿਆਂ ਗਣਤ ਨਹੀਂ ਵਿਚਾਰ, ਅਤੇ ਮੰਗਣ ਵਾਲੇ ਕਈ ਹੋਰ ਅਜਿਹੇ ਹਨ ਜਿਨ੍ਹਾਂ ਦੀ ਗਿਣਤੀ ਤੇ ਵਿਚਾਰ ਨਹੀਂ ਹੋ ਸਕਦੀ। ਕੀਤੇ ਖੱਪ ਟੁੱਟ ਹੈ ਬੇਕਾਰ, ਕਈ ਜੀਵ ਉਸ ਦੀਆਂ ਦਿੱਤੀਆਂ ਦਾਤਾਂ ਵਰਤ ਕੇ ਵਕਾਰਾਂ ਵਿੱਚ ਖੱਪ ਕੇ ਮਰ ਗਏ। ਕੀਤੇ ਲੈ ਲੈ ਮੂਕਰ ਪਾਹੇ, ਬੇਅੰਤ ਜੀਵ ਉਹ ਤੋਂ ਦਾਤਾਂ ਲੈ ਲੈ ਕੇ ਮੁਨਕਰ ਹੋ ਜਾਂਦੇ ਨੇ, ਮੁਕਰ ਜਾਂਦੇ ਨੇ, ਭਾਵ ਅਕਿਰਤ ਕਣ ਬਣ ਜਾਂਦੇ ਨੇ। ਦਾਤ ਪਿਆਰੀ ਵਿਸਰਿਆ ਦਾਤਾ। ਕੀਤੇ ਮੂਰਖ ਖਾਹੀ ਖਾਹੇ, ਅਨੇਕਾਂ ਮੂਰਖ ਪਦਾਰਥ ਲੈ ਕੇ ਖਾਈ ਜਾਂਦੇ ਨੇ, ਛਕੀ ਜਾਂਦੇ ਨੇ, ਪਰ ਦਾਤੇ ਨੂੰ ਚੇਤੇ ਨਹੀਂ ਕਰਦੇ।
ਕੀਤਿਆਂ ਦੁੱਖ ਭੂਖ ਸਦਮਾਰ। ਅਨੇਕਾਂ ਜੀਵਾਂ ਨੂੰ, ਇਹੋ ਜਿਹੇ ਜੀਵਾਂ ਨੂੰ ਹਮੇਸ਼ਾ ਮਾਰਾਂ, ਕਲੇਸ਼ ਅਤੇ ਦੁੱਖ ਝੱਲਣੇ ਪੈਂਦੇ ਨੇ ਜਿਹੜੇ ਦਾਤਾਂ ਲੈ ਕੇ ਉਹਨੂੰ ਯਾਦ ਨਹੀਂ ਕਰਦੇ। ਇਹ ਭੇਦਾਤ ਤੇਰੀ ਦਾਤਾਰ। ਪਰ ਜਿਹੜੇ ਦੁੱਖ ਕਲੇਸ਼ ਨੇ ਇਹ ਵੀ ਤੇਰੀ ਦਾਤ ਹੈ। ਜੇ ਕਿਤੇ ਇਹ ਚੀਜ਼ਾਂ ਮਨੁੱਖ ਦੀ ਜ਼ਿੰਦਗੀ ਵਿੱਚ ਨਾ ਹੋਣ, ਮਨੁੱਖ ਨੂੰ ਰੱਬ ਦੀ ਰਜ਼ਾ ਵਿੱਚ ਤੁਰਨ ਦਾ ਪਤਾ ਕਿੱਦਾਂ ਲੱਗ ਸਕਦਾ। ਬੰਦ ਖਲਾਸੀ ਭਾਣੈ ਹੋਏ। ਕਹਿੰਦੇ ਮਾਇਆ ਦੇ ਮੋਹ ਰੂਪ ਬੰਧਨ ਤੋਂ ਛੁਟਕਾਰਾ ਅਕਾਲ ਪੁਰਖ ਦੀ ਰਜ਼ਾ ਵਿੱਚ ਤੁਰ ਕੇ ਹੀ ਹੋ ਸਕਦਾ ਹੈ। ਹੋਰ ਆਖ ਨਾ ਸਕੈ ਕੋਈ। ਰਜ਼ਾ ਤੋਂ ਬਿਨਾ ਹੋਰ ਕੋਈ ਤਰੀਕਾ, ਹੋਰ ਕੋਈ ਸਾਧਨ, ਹੋਰ ਕੋਈ ਯਤਨ ਨਹੀਂ ਮਨੁੱਖ ਦੱਸ ਸਕਦਾ ਜਿਹਦੇ ਨਾਲ ਦੁੱਖਾਂ ਪਾਪਾਂ ਤੋਂ ਛੁਟਕਾਰਾ ਪਾਇਆ ਜਾ ਸਕੇ। ਹੋਰ ਕੋਈ ਵਸੀਲਾ ਨਹੀਂ। ਜੇ ਕੋ ਖਾਏ ਕੋ ਆਖਣ ਪਾਏ। ਜੇ ਕੋਈ ਮੂਰਖ ਬੰਦਾ ਮਾਇਆ ਦੇ ਮੋਹ ਤੋਂ ਛੁਟਕਾਰਾ ਪਾਉਣ ਦੇ ਲਈ ਕੋਈ ਹੋਰ ਵਸੀਲਾ ਜਾਂ ਯਤਨ ਦੱਸਣ ਦਾ ਯਤਨ ਕਰਕੇ ਸੰਸਾਰ ਨੂੰ ਭਰਮਾਉਣ ਦੀ ਕੋਸ਼ਿਸ਼ ਕਰੇ ਤਾਂ ਉਹ ਖੂਹ ਖਾਤੇ ਡਿੱਗਦਾ ਹੈ। ਉਹ ਜਾਣੇ ਜੇਤੀਆ ਮੋਹਿ ਖਾਏ। ਕਹਿੰਦੇ ਫਿਰ ਜਿੰਨੀਆਂ ਚੋਟਾਂ ਉਸ ਮਨੁੱਖ ਨੂੰ ਪੈਂਦੀਆਂ ਨੇ, ਉਹਦੇ ਮੂੰਹ ਤੇ ਚੋਟਾਂ ਪੈਂਦੀਆਂ ਨੇ, ਉਹ ਗਿਣੀਆਂ ਨਹੀਂ ਜਾ ਸਕਦੀਆਂ। ਅਖੀਰ ਰੱਬ ਦੀ ਰਜ਼ਾ ਵਿੱਚ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਆਪੇ ਜਾਣੈ ਆਪੇ ਦੇ। ਅਕਾਲ ਪੁਰਖ ਵਾਹਿਗੁਰੂ ਆਪ ਹੀ ਜੀਵਾਂ ਨੂੰ ਉਹਨਾਂ ਦੇ ਹਿਰਦੇ ਦੀਆਂ ਗਹਿਰਾਈਆਂ ਨੂੰ ਜਾਣਦਾ ਹੈ, ਉਹਨਾਂ ਦੀਆਂ ਲੋੜਾਂ ਨੂੰ ਜਾਣਦਾ ਹੈ ਤੇ ਲੋੜ ਅਨੁਸਾਰ ਹੀ ਸਭ ਨੂੰ ਦਾਤਾਂ ਦਿੰਦਾ ਹੈ। ਆਖੈ ਸੇ ਭੇ ਕੀ ਕੇ। ਅਨੇਕਾਂ ਮਨੁੱਖ ਇਹ ਗੱਲ ਵੀ ਆਖਦੇ ਨੇ ਕਿ ਪਰਮਾਤਮਾ ਦਾਤਾਂ ਦੇਣ ਵਾਲਾ ਹੈ, ਉਹਦੇ ਸ਼ੁਕਰ ਵਿੱਚ ਰਹੀਏ। ਸਾਰੇ ਹੀ ਨਾ ਸ਼ੁਕਰੇ ਨਹੀਂ ਹਨ। ਜਿਸ ਨੂੰ ਬਖਸ਼ੇ ਸਿਫਤ ਸਲਾਹ। ਜਿਹਨੂੰ ਆਪਣੇ ਦਰ ਘਰ ਦੀ ਉਹ ਸਿਫਤ ਸਲਾਹ ਬਖਸ਼ਦਾ ਹੈ, ਭਾਵ ਆਪਣੇ ਨਾਮ ਨਾਲ ਜੋੜ ਲੈਂਦਾ ਹੈ। ਮਹਾਰਾਜ ਕਹਿੰਦੇ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ। ਮੇਰੀ ਨਜ਼ਰ ਵਿੱਚ ਗੁਰੂ ਨਾਨਕ ਸਾਹਿਬ ਕਹਿੰਦੇ ਉਹ ਪਾਤਸ਼ਾਹਾਂ ਤੋਂ ਵੀ ਵੱਡਾ ਪਾਤਸ਼ਾਹ ਹੈ ਜਿਹੜਾ ਰੱਬ ਦੀ ਸਿਫਤ ਕਰਦਾ ਹੈ। ਅਮੁੱਲ ਗੁਣ ਅਮੁੱਲ ਵਪਾਰ। ਉਹਦੇ ਗੁਣ ਬਹੁਤ ਅਮੋਲਕ ਹਨ ਤੇ ਇਹਨਾਂ ਗੁਣਾਂ ਦਾ ਵਪਾਰ ਵੀ ਬੜਾ ਅਮੋਲਕ ਹੈ। ਕਿਨਹੀ ਬਣਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ। संत हो वणजिया नाम गोबिंद का, ऐसी खेप हमारी हर के नाम के व्यापारी। सतगुरु जी कहते व्यापार बहुत उच्चा सुच्चा है। अमुल व्यापारी है अमुल भंडार। उन्हां मनुखां दा भी मुल नहीं पै सकदा जो अकाल पुरख दे गुणां दा व्यापार करते ने, भाव वो अमोलक हो जाते हैं, इन्ने कीमती हो जाते हैं। अमुल आवे है अमुल लै जाए। उन्हां मनुखां दा मुल नहीं पै सकदा क्योंकि वो इस व्यापार दे लई ही जगत विच आउंदे ने। उन्हां दे वड्डे भाग ने ते वो सौदा खरीद के इथों जांदे ने ते परमात्मा दीआं खुशियां दे पात्र बनदे ने। धन 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 जन आया जिस प्रसाद सब जगत राया। जन आवन का यह सुआओ जन कै संग चित आवे नाओ। आप मुक्त मुक्त करे संसार नानक तिस जन को सदा नमस्कार। अमुल भाए अमुला समाहे। जे कोई मनुख अकाल पुरख दे प्रेम विच हन, कहंदे ओ मनुख अकाल पुरख विच लीन हो जांदे ने ते ओ अमोलक बन जाते हैं। अमुल धर्म अमुल दीवान। अकाल पुरख दे कानून अते राज दरबार अमोलक हन, कीमती हन। अमुल तुल अमुल परवान। उहदी तकड़ी भी बड़ी अमोलक है, उहदे बट्टे भी बड़े अमोलक ने ते बराबर ही चंगे मंदे कर्मां दा जिहड़ा तोल है सही तोलदे हन। अमुल बख्शीश अमुल निशान। उसदी बख्शिश ते उहदी किरपा दे निशान ने जिहड़े वो भी अमोलक ने। अमुल कर्म अमुल फरमान। अकाल पुरख दी बख्शिश दे हुक्म भी मुल तो परे ने, जिन्हां दा अंदाजा नहीं लाया जा सकदा। अमूलो अमूल आख्या ना जाए। अकाल पुरख सब अंदाजियां तो परे है ते ओ अंदाजियां दे विच नहीं आउंदा। आख आख रहे लिव लाए। अनेकां मनुख ने जिहड़ी उहदी सिफत करी जांदे ने ते उहदे नाल लिव ला लैंदे ने।
ਆਖੈ ਵੇਦ ਪਾਠ ਪੁਰਾਣ। ਵੇਦਾਂ ਦੇ ਮੰਤਰ ਅਤੇ ਪੁਰਾਣ ਅਕਾਲ ਪੁਰਖ ਦਾ ਅੰਦਾਜ਼ਾ ਲਾਉਂਦੇ ਨੇ। ਆਖੈ ਪੜੇ ਕਰੇ ਵਖਿਆਨ। ਵਿਦਵਾਨ ਮਨੁੱਖ ਵੀ ਹਰ ਇੱਕ ਤਰੀਕੇ ਨਾਲ ਪਰਮੇਸ਼ਰ ਦੀ ਸਿਫਤ ਸਲਾਹ ਦਾ ਉਪਦੇਸ਼ ਕਰਦੇ ਨੇ। ਆਖੈ ਹੈ ਬਰਮੇ ਆਖੈ ਹੈ ਇੰਦ। ਕਈ ਬ੍ਰਹਮਾ ਕਈ ਇੰਦਰ ਹੋਏ ਤੇ ਹੋ ਚੁੱਕੇ ਨੇ ਜਿਹੜੇ ਉਸ ਅਕਾਲ ਪੁਰਖ ਪਰਮ ਪਿਤਾ ਪਰਮਾਤਮਾ ਦੀ ਵਡਿਆਈ ਕਰਦੇ ਨੇ। ਸੋ ਆਓ ਗੁਰੂ ਪਿਆਰਿਓ, ਇਸੇ ਤਰ੍ਹਾਂ ਗੁਰਬਾਣੀ ਦੇ ਸਮੁੰਦਰ ਵਿੱਚ ਚੁਭੀਆਂ ਲਾ ਕੇ ਆਪਣੇ ਜੀਵਨ ਨੂੰ ਸਵਾਰਨ ਦਾ ਯਤਨ ਕਰੀਏ। ਅੱਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 5ਵੇਂ ਅੰਗ ਦੇ ਉੱਪਰ ਜੋ ਬਾਣੀ ਸੁਭਾਇਮਾਨ ਹੈ, ਆਪਾਂ ਉਸ ਪਾਵਨ ਬਾਣੀ ਦੇ ਦਰਸ਼ਨ ਕੀਤੇ ਨੇ। ਸਤਿਗੁਰੂ ਜੀ ਇਸੇ ਤਰ੍ਹਾਂ ਨਿਰੰਤਰ ਸਾਨੂੰ ਲੜੀਵਾਰ ਗੁਰਮਤਿ ਵਿਚਾਰ ਦੇ ਨਾਲ ਜੋੜੀ ਰੱਖਣ। ਲਗਾਤਾਰ ਇਹ ਵਿਚਾਰਾਂ ਸੁਣੀਏ, ਕਥਾ ਸੁਣੀਏ, ਸਰਵਣ ਕਰੀਏ। ਉਹਦਾ ਕਾਰਨ ਕੀ ਹੈ ਵੀ ਸੁਣਨ ਵਾਲਾ ਅਤੇ ਸੁਣਾਉਣ ਵਾਲਾ ਦੋਨਾਂ ਨੂੰ ਕੀ ਲਾਭ ਹੈ। ਨਾਲੇ ਤੇ ਬਹਾਨੇ ਦੇ ਨਾਲ ਸ੍ਰੀ ਸਹਿਜ ਪਾਠ ਹੋ ਜਾਂਦਾ ਹੈ, ਔਰ ਜਿਸ ਤਰੀਕੇ ਨਾਲ ਗੁਰੂ ਸਾਹਿਬ ਨੇ ਸਾਨੂੰ ਸਹਿਜ ਪਾਠ ਕਰਨ ਦੇ ਲਈ ਕਿਹਾ ਹੈ, ਬਾਣੀ ਨੂੰ ਵਿਚਾਰ ਕੇ ਪੜ੍ਹਨਾ, ਸਰਵਣ ਕਰਨਾ ਕਿ ਬਾਣੀ ਕਹਿ ਕੀ ਰਹੀ ਹੈ, ਤੇ ਗੁਰੂ ਦੀਆਂ ਖੁਸ਼ੀਆਂ ਦੇ ਪਾਤਰ ਬਣਨਾ। ਫਿਰ ਇਹ ਵਿਚਾਰ ਕੇ ਪੜ੍ਹਨ ਦੇ ਨਾਲ ਬਾਣੀ ਕੰਠ ਵੀ ਹੋ ਜਾਂਦੀ ਹੈ, ਬਾਣੀ ਹਿਰਦੇ ਵਿੱਚ ਵੀ ਵਸ ਜਾਂਦੀ ਹੈ। ਬਾਣੀ ਵਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਵੀ ਕਹਿੰਦੀ ਹੈ। ਸੋ ਇਸ ਕਰਕੇ ਪਿਆਰਿਓ, ਬਾਣੀ ਨਾਲ ਜੁੜੀ ਆਪਣਾ ਜੀਵਨ ਸਵਾਰੀਏ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।